सर ਤੁਹਾਡੇ ਪ੍ਰਧਾਨ ਮੰਤਰੀ ਮੋਦੀ ਬਾਰੇ ਕੀ ਰਾਏ ਹੈ? ਪ੍ਰਧਾਨ ਮੰਤਰੀ ਮੋਦੀ ਬਾਰੇ ਦੱਸ ਯਾਰ, ਮਾੜਾ ਮੋਟਾ ਫਿਰ ਕੀ ਹੋਇਆ? ਕੋਈ ਨਹੀਂ ਚੰਗਾ ਕਹਿੰਦਾ ਭਰਾਵਾ ਗਾਣਾ ਕੱਢਦੇ ਚੱਲ ਨਹੀਂ ਉਸ ਬੰਦੇ ਦੇ ਪ੍ਰਤੀ ਕੋਈ ਰਾਏ ਨਹੀਂ। ਜਿਹੜਾ ਬੰਦਾ ਆਪਣਾ ਘਰ ਨਹੀਂ ਚਲਾ ਸਕਦਾ ਉਹਨੇ ਦੇਸ਼ ਨੂੰ ਕੀ ਚਲਾਉਣਾ, ਕਿਉਂਕਿ ਉਹ ਬੰਦਾ ਪ੍ਰਧਾਨ ਮੰਤਰੀ ਬਣਨ ਦੇ ਕਾਬਿਲ ਹੀ ਨਹੀਂ ਹੈਗਾ। ਪੁੱਛਣਾ ਚਾਹੀਦਾ ਨਾ ਕਿ ਉਹ ਕਹਿੰਦੇ ਸੀ ਅੱਛੇ ਦਿਨ ਆਣਗੇ, ਪੰਜਾਬ ਦੇ ਲਈ ਇਹੋ ਹੀ ਅੱਛੇ ਦਿਨ ਨੇ। ਨਰਿੰਦਰ ਮੋਦੀ ਵਰਗਾ ਇਨਸਾਨ ਦੁਨੀਆ ਤੇ ਨਾ ਹੀ ਆਵੇ ਤੇ ਇਹ ਜ਼ਿਆਦਾ ਵਧੀਆ। ਮੋਦੀ ਸਾਹਿਬ ਨੂੰ ਅਪੀਲ ਆ, ਨਹੀਂ ਤਾਂ ਫਿਰ ਦੂਜੇ ਤਰ੍ਹਾਂ ਅਸੀਂ ਕੰਮ ਕਰਨਾ ਜਾਣਦੇ ਆ। ਜੇ ਤੁਹਾਨੂੰ ਮੌਕਾ ਮਿਲੇ तो प्रधान मंत्री बनोगे? नहीं बनेंगे। क्यों? जैसा काम कर रहा है मोदी, खराब काम कर दिया सारा। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ ਚੈਨਲ ਤੇ ਮੈਂ ਅੰਸ਼ੂ ਚੱਡਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਰੋਡ ਸ਼ੋ। ਅੱਜ ਅਸੀਂ ਆਏ ਹਾਂ ਜਲੰਧਰ ਦੀਆਂ ਸੜਕਾਂ ਤੇ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕੀ ਕਹਿਣਾ ਚਾਹੁੰਦੇ ਨੇ। ਆਜੋ ਗੱਲਬਾਤ ਕਰਦੇ ਹਾਂ। ਸਰ ਤੁਸੀਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਜਿਹੜੀਆਂ ਚੀਜ਼ਾਂ ਅੱਜ ਹਾਲਾਤ ਚੱਲਦੇ ਪਏ ਆ ਹੈ ਨਾ, ਆਪਾਂ ਨੂੰ ਆਪਣੇ ਪੰਜਾਬ ਦੇ ਫਾਰਮਰਸ ਦੀ ਸਪੋਰਟ ਕਰਨੀ ਚਾਹੀਦੀ ਆ। ਤੇ ਕਿਤੇ ਨਾ ਕਿਤੇ ਉਹ ਗਲਤ ਹੈਗੇ ਵੀ ਨੇ, ਤੇ ਇਸ ਕਰਕੇ ਚਾਹੀਦਾ ਕਿ ਠੀਕ ਹੈ ਦੋਨਾਂ ਪੱਖਾਂ ਦੀਆਂ ਸੁਣ ਕੇ ਜਿੱਥੇ ਫਾਈਨਲੀ ਅਲਟੀਮੇਟਲੀ ਫਾਰਮਰਸ ਨੂੰ ਸਪੋਰਟ ਕਰਨਾ ਚਾਹੀਦਾ। ਅਗਰੇਰੀਅਨ ਇਕੋਨਮੀ ਆ ਸਾਡੀ ਪੰਜਾਬ ਦੀ, ਇਹੀ ਕੁਛ ਕਹਿਣਾ ਚਾਹੁੰਦੇ ਆਪਾਂ। ਕਿਸਾਨਾਂ ਦੀ ਸੁਣਨੀ ਚਾਹੀਦੀ, ਦੋਨੋਂ ਪੱਖ ਸੁਣ ਕੇ ਫਿਰ ਵਿਚਾਰ ਕਰਨਾ ਚਾਹੀਦਾ ਉਹਦਾ। ਉਹੀ ਅੱਜ ਇੰਡੀਅਨ ਇਕੋਨੋਮੀ ਹੈ ਜਿਹੜੀ ਐਗਰੀਕਲਚਰ 'ਤੇ ਜ਼ਿਆਦਾ ਡਿਪੈਂਡੈਂਟ, ਆਪਾਂ ਨੂੰ ਪਤਾ ਹੀ ਹੈ। ਅਤੇ ਇਸ ਲਈ ਜੋ ਵੀ ਫੈਸਲਾ ਹੋਣਾ ਚਾਹੀਦਾ ਕਿਸਾਨਾਂ ਦੇ ਹੱਕ 'ਚ ਹੋਣਾ ਚਾਹੀਦਾ, ਕਿਉਂਕਿ ਇਹੀ ਉਹਨਾਂ ਦਾ ਸੋਰਸ ਆਫ ਇਨਕਮ ਹੈ। ਅਤੇ ਅਸੀਂ ਧਿਆਨ ਰੱਖਦੇ ਮੈਨੂੰ ਲੱਗਦਾ ਕਿ ਉਹਨਾਂ ਦੇ ਪੱਖ 'ਚ ਹੀ ਫੈਸਲਾ ਲੈਣਾ ਚਾਹੀਦਾ। ਤੁਸੀਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕੀ ਰਾਏ ਰੱਖਦੇ ਹੋ? ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਜੈ ਭੀਮ, ਜੈ ਭਾਰਤ, ਜੈ ਸੰਵਿਧਾਨ। ਤੇ ਹੁਣ ਤੁਹਾਡੀ ਗੱਲ ਦਾ ਜਵਾਬ ਤੁਸੀਂ ਪੁੱਛ ਰਹੇ ਹੋ ਕਿ ਨਰਿੰਦਰ ਮੋਦੀ ਬਾਰੇ ਰਾਏ। ਦੇਖੋ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਉਸ ਬੰਦੇ ਦੇ ਪ੍ਰਤੀ ਕੋਈ ਰਾਏ ਨਹੀਂ, ਕਿਉਂਕਿ ਉਹ ਬੰਦਾ ਪ੍ਰਧਾਨ ਮੰਤਰੀ ਬਣਨ ਦੇ ਕਾਬਿਲ ਹੀ ਨਹੀਂ ਹੈਗਾ। ਪ੍ਰਧਾਨ ਮੰਤਰੀ ਦਾ ਮਤਲਬ ਹੁੰਦਾ ਦੇਸ਼ ਨੂੰ ਚਲਾਉਣਾ। ਜਿਹੜਾ ਬੰਦਾ ਆਪਣਾ ਘਰ ਨਹੀਂ ਚਲਾ ਸਕਦਾ ਉਹਨੇ ਦੇਸ਼ ਨੂੰ ਕੀ ਚਲਾਉਣਾ। ਨਰਿੰਦਰ ਮੋਦੀ ਵਰਗਾ ਇਨਸਾਨ ਦੁਨੀਆ ਤੇ ਨਾ ਹੀ ਆਵੇ ਤੇ ਇਹ ਜ਼ਿਆਦਾ ਵਧੀਆ। ਜਿਨ੍ਹਾਂ ਨੇ ਘੱਟ ਤੋਂ ਘੱਟ 3 ਮਹੀਨੇ ਦੇ ਕਰੀਬ ਹੋ ਗਏ ਸਾਡੇ ਕਿਸਾਨ, ਸਾਡੀਆਂ ਮਾਤਾਵਾਂ ਭੈਣਾਂ, ਸਾਡੇ ਬੱਚੇ ਜਿਹੜੇ ਪੜ੍ਹਾਈ ਤੋਂ ਆਵਾਜ਼ਾਰ ਹੋ ਕੇ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਆ, ਰੋਟੀ ਤੋਂ ਆਵਾਜ਼ਾਰ ਆ, ਆਪਣੇ ਘਰੋਂ ਰੋਟੀਆਂ ਲੈ ਗਏ ਆ। ਦੱਸੋ ਉਹਨਾਂ ਦੇ ਪਿੱਛੇ ਪਰਿਵਾਰ ਆ, ਪਰਿਵਾਰਾਂ ਦਾ ਕੀ ਹਾਲ ਆ, ਇਸ ਟਾਈਮ ਦੇਸ਼ ਦਾ ਕੀ ਹਾਲ ਆ। ਮੋਦੀ ਇੱਕ ਤਾਨਾਸ਼ਾਹ ਆ, ਇੱਕ ਹਿਟਲਰ ਸੀ, ਹਿਟਲਰ ਤੋਂ ਬਾਅਦ ਦੂਜਾ ਮੋਦੀ ਆ ਜਿਹੜਾ ਇੱਕ ਤਾਨਾਸ਼ਾਹ ਆ। ਸੋ ਇਸ ਕਰਕੇ ਸਾਡੀ ਮੀਡੀਆ ਦੇ ਰਾਹੀਂ ਰਾਸ਼ਟਰਪਤੀ ਜੀ ਨੂੰ ਇਹ ਅਪੀਲ ਆ, ਚਲੋ ਪ੍ਰਧਾਨ ਮੰਤਰੀ ਜੀ ਨੂੰ ਵੀ ਅਪੀਲ ਕਰ ਦਿੰਦੇ ਆ, ਫਿਰ ਵੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਆ, ਇਹਨਾਂ ਨੂੰ ਅਪੀਲ ਆ ਕਿ ਕਿਸਾਨਾਂ ਦੇ ਜਿਹੜੇ 3 ਬਿੱਲ ਆ ਇਹ ਜਲਦੀ ਤੋਂ ਜਲਦੀ ਖਤਮ ਕਰਨ ਤਾਂ ਕਿ ਪੰਜਾਬ ਫਿਰ ਤੋਂ ਖੁਸ਼ਹਾਲ ਹੋ ਸਕੇ ਤੇ ਸੋਨੇ ਦੀ ਚਿੜੀਆ ਬਣ ਸਕੇ। ਮੈਂ ਅਮੇਰਿਕਾ ਫੋਰਸ ਦਾ ਚੇਅਰਮੈਨ ਰਾਜਕੁਮਾਰ ਰਾਜੂ ਜੀ ਮੇਰਾ ਨਾਂ। ਮੈਂ ਕਿਸਾਨਾਂ ਜਿਹੜੇ ਸਾਡੇ ਅੰਨਦਾਤਾ ਉਹਨਾਂ ਦੇ ਜਿਹਨਾਂ ਦੇ ਕਾਲੇ ਕਾਨੂੰਨ 3 ਲਿਆਂਦੇ ਆ ਉਹ ਰੱਦ ਕੀਤੇ ਜਾਣ। ਉੱਥੇ ਸਾਡੀਆਂ ਮਾਵਾਂ ਭੈਣਾਂ ਬਜ਼ੁਰਗ ਸਾਡੇ ਬੈਠੇ ਆ, ਉਹ ਖੁਸ਼ੀ ਉੱਠ ਕੇ ਆਉਣ ਅਤੇ ਕਾਲੇ ਕਾਨੂੰਨ ਰੱਦ ਕੀਤੇ ਜਾਣ। ਮੇਰੇ ਵੱਲੋਂ, ਮੇਰੀ ਕਾਂਗਰਸ ਪਾਰਟੀ ਵੱਲੋਂ, ਮੇਰੇ ਪਰਿਵਾਰ ਵੱਲੋਂ ਸਾਰਿਆਂ ਨੂੰ ਮੋਦੀ ਸਾਹਿਬ ਨੂੰ ਅਪੀਲ ਆ, ਨਹੀਂ ਤਾਂ ਫਿਰ ਦੂਜੇ ਤਰ੍ਹਾਂ ਅਸੀਂ ਕੰਮ ਕਰਨਾ ਜਾਣਦੇ ਆ। ਜੈ ਭੀਮ, ਜੈ ਭਾਰਤ। ਸਰ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕੀ ਕਹਿਣਾ ਚਾਹੁੰਦੇ ਹੋ? ਕੋਈ ਰਾਏ? ਰਾਏ ਠੀਕ ਆ ਜੀ, ਪਰ ਆ ਜਿਹੜਾ ਧੱਕਾ ਕਰ ਰਹੇ ਆ ਕਿਸਾਨਾਂ ਦੇ ਨਾਲ, ਇਹਨਾਂ ਨੂੰ ਚਾਹੀਦਾ ਜਲਦੀ ਤੋਂ ਜਲਦੀ ਮੋਲਡ ਹੋਣਾ। ਜੋ ਉਹ ਕਿਸਾਨ ਚਾਹੁੰਦੇ ਆ ਉਹਨਾਂ ਦੇ ਨਾਲ ਸਹਿਮਤੀ ਕਰਕੇ ਜਾਂ ਤਾਂ ਉਹ ਕਾਨੂੰਨ ਨੂੰ ਰੱਦ ਕਰਨ, ਜਿੱਦਾਂ ਹੁਣ ਕਿਸਾਨ ਕਹਿੰਦੇ ਆ, ਜਾਂ ਤਾਂ ਪਹਿਲਾਂ ਜਦੋਂ ਅਮੈਂਡਮੈਂਟ ਕਰਨੀ ਸੀ ਉਦੋਂ ਉਹਨਾਂ ਨੂੰ ਭਰੋਸੇ 'ਚ ਲੈਂਦੇ ਕਰਦੇ। ਫਿਰ ਉਹਦੇ ਨਾਲ ਕੀ ਆ ਕਿ ਜਿੰਨੀਆਂ ਇਕਨੋਮੀ ਨੂੰ ਨੁਕਸਾਨ ਹੋ ਰਿਹਾ ਵਾ ਜਾਂ ਯਾਤਾਯਾਤ ਰੁਕਿਆ ਵਾ, ਟੋਲ ਪਲਾਜ਼ਿਆਂ ਤੋਂ ਗੌਰਮੈਂਟ ਦੀਆਂ ਇਨਕਮਸ ਨੂੰ ਫਰਕ ਪੈ ਰਿਹਾ ਵਾ, ਚਾਹੇ ਉਹ ਸਟੇਟ ਗੌਰਮੈਂਟ ਆ ਚਾਹੇ ਆਪਣਾ ਇੰਡੀਅਨ ਗਵਰਨਮੈਂਟ ਆ, ਉਹਨੂੰ ਫਰਕ ਪੈ ਰਿਹਾ। ਉਹ ਕਿੰਨਾ ਨੁਕਸਾਨ ਦੀ ਭਰਪਾਈ ਉੱਥੋਂ ਹੋ ਸਕਦੀ ਸੀਗੀ ਕਿ ਜਿਹੜੀ ਇਹਨਾਂ ਨੇ ਉੱਥੋਂ ਦਾ ਨੁਕਸਾਨ ਕਵਰ ਕਰਨ ਲਈ ਪੈਟਰੋਲ ਮਹਿੰਗਾ ਕਰੀ ਜਾ ਰਿਹਾ, ਡੀਜ਼ਲ ਮਹਿੰਗਾ ਕਰੀ ਜਾ ਰਿਹਾ, ਉਹਦੇ ਤੋਂ ਹੁਣ ਇੱਕ ਨਵਾਂ ਇਹਨਾਂ ਨੇ ਟੈਕਸ ਕੋਈ ਲਗਾਤਾ ਅਤੇ ਉਹਦੇ ਵਜ੍ਹਾ ਨਾਲ ਕੀ ਹੈ ਕਿ ਉਹ ਆਮ ਜਨਤਾ ਦੇ ਬੋਝ ਪੈ ਰਿਹਾ। ਕਿਸਾਨ ਵਿਚਾਰੇ ਤਾਂ ਅੰਦੋਲਨ ਕਰਦੇ ਹੀ ਕਰਦੇ ਆ, ਔਰ ਜਿੱਦਾਂ ਦੇ ਹਾਲਾਤ ਇਹ ਕ੍ਰੀਏਟ ਕਰਦੇ ਪਏ, ਆਰਥਿਕ ਮੰਦੀ ਤੋਂ ਜੂਝ ਰਿਹਾ ਸਾਡਾ ਦੇਸ਼, ਉਸ ਹਿਸਾਬ ਨਾਲ ਆਪਣੇ ਦੇਸ਼ 'ਤੇ ਇੰਨੇ ਕੁ ਆਰਥਿਕ ਸੰਕਟ ਆ ਜਾਣੇ ਆ ਕਿ ਜਿੱਦਾਂ ਹੁਣ ਤੁਸੀਂ ਆਪ ਦੇਖੋ ਬ੍ਰਿਟੇਨ ਦਾ ਕੀ ਹਾਲ ਆ। ਉਹ ਐਡੀ ਵੈਲ
ਸੈਟਲਡ ਇਕਨੋਮੀ ਆ ਉਹਦਾ ਬੁਰਾ ਹਾਲ ਹੋਇਆ ਦਾ, ਤੇ ਆਪਣੀ ਇੰਡੀਆ ਉਹਦੇ ਸਾਹਮਣੇ ਕਿੱਥੇ ਸਟੈਂਡ ਕਰਦੀ ਆ। ਉਸ ਹਿਸਾਬ ਨਾਲ ਉਹਨਾਂ ਨੂੰ ਚਾਹੀਦਾ ਕਿ ਜਲਦੀ ਤੋਂ ਜਲਦੀ ਆ ਮੁੱਦਾ ਨਿਪਟਾਉਣ, ਇਹਨੂੰ ਖਤਮ ਕਰਨ ਤੇ ਆਪਣੇ ਦੇਸ਼ ਹਿੱਤ ਦੇ ਵਿੱਚ ਜੋ ਵੀ ਹੈਗਾ ਅੱਗੇ ਤੋਂ ਡਿਸੀਜਨ ਲੈਣ ਕਿ ਜਿਹਦੇ ਨਾਲ ਇਹ ਵੀ ਹਰਾਸ ਨਾ ਹੋਣ। ਉਹ ਵੀ ਦੇਖੋ ਨਾ ਆਪਣੇ ਘਰ-ਬਾਰ ਛੱਡ ਕੇ, ਦਿਨ ਤਿਉਹਾਰ, ਨਵੇਂ ਸਾਲ, ਲੋਹੜੀ, ਸਾਰੇ ਦਿਨ ਤਿਉਹਾਰ ਛੱਡ ਕੇ ਉੱਥੇ ਜਾ ਕੇ ਬਾਰਡਰਾਂ 'ਤੇ ਬੈਠੇ, ਉੱਥੇ ਡੈਥਾਂ ਹੋ ਰਹੀਆਂ, ਉਹਨੂੰ ਕੋਈ ਫਰਕ ਨਹੀਂ ਪੈ ਰਿਹਾ। ਇਹ ਬੜੀ ਮੰਦਭਾਗੀ ਚੀਜ਼ ਆ ਦੇਸ਼ ਵਾਸਤੇ। ਤੁਹਾਡੀ ਕੀ ਰਾਏ ਹੈ? ਬਹੁਤ ਅੱਛਾ ਕਰ ਰਹੇ ਜੀ ਕੰਮ ਜੋ ਵੀ ਕਰ ਰਹੇ ਨੇ, ਤੇ ਮਤਲਬ ਉਹਨਾਂ ਨੂੰ ਹੋਰ ਵੀ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਹੈ। ਜਿਸ ਤਰ੍ਹਾਂ ਕਿ ਕੋਈ ਬਿਨਾਂ ਮੁਜਰਮ ਹੁੰਦਿਆਂ ਹੋਇਆ ਵੀ ਉਹਨੂੰ ਮਤਲਬ ਮੁਜਰਮ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿਸ ਤਰ੍ਹਾਂ ਕਿ ਮੇਰਾ ਇੱਕ ਬੇਟਾ ਹੈ 21 ਸਾਲ ਦਾ, ਉਹ ਮਤਲਬ ਕਾਗਜ਼ ਮੋਟਰਸਾਈਕਲ ਦੇ ਨਾ ਹੋਣ ਕਰਕੇ ਉਹ ਜਾ ਰਿਹਾ ਸੀਗਾ ਤੇ ਉਹਨੂੰ ਰਸਤੇ ਵਿੱਚ ਉਹਨਾਂ ਨੂੰ ਰੋਕਿਆ ਗਿਆ। ਉਹ ਪਾਰਟ ਟਾਈਮ ਜੌਬ ਦੇ ਨਾਲ ਨਾਲ ਆਪਣਾ ਕੰਮ ਕਰਦਾ ਹੈ ਤੇ ਆਪਣੀ ਕਮਾਈ ਕਰਦਾ ਹੈ, ਤੇ ਉਹਦੇ 'ਤੇ ਮਤਲਬ ਜਦੋਂ ਉਹਨੂੰ ਰੋਕਿਆ ਗਿਆ ਤਾਂ ਉਹਨੇ ਇਹ ਕਿਹਾ ਵੀ ਮੈਨੂੰ ਜਾਂ ਤਾਂ ਜਾਣ ਦਿਓ ਤੇ ਜਾਂ ਮੇਰਾ ਚਲਾਨ ਕੱਟ ਦਿਓ। ਤੇ ਉਹਦੇ ਨਾਲ SHO ਸਾਹਿਬ ਜਿਹੜੇ ਕਿ ਮਤਲਬ ਸ਼ਰਾਬ ਪੀਤੀ ਹੋਈ ਸੀ, ਤੇ ਉਹਨਾਂ ਨੇ ਉਹਦੇ ਨਾਲ ਜ਼ਿਆਦਤੀ ਕੀਤੀ, ਉਹਨਾਂ ਨੂੰ ਮਾਰਿਆ ਕੁੱਟਿਆ, ਤੇ ਸਾਨੂੰ ਪਤਾ ਵੀ ਨਹੀਂ। ਤੇ ਉਹ ਜਦੋਂ ਵਾਪਸ ਅਸੀਂ ਉਹਨਾਂ ਦਾ ਪਤਾ ਕਰਦੇ ਕਰਦੇ ਚੌਂਕੀ 'ਚ ਗਏ, ਤੇ ਉੱਥੇ ਉਹਦੇ ਉੱਪਰ ਕੇਸ ਬਣਾ ਕੇ ਉਹਨਾਂ ਨੂੰ ਫਾਈਲ ਕੀਤਾ ਗਿਆ। ਤੇ ਜਿਹੜਾ ਕਿ ਅੱਜ 4 ਸਾਲ ਤੋਂ ਅਸੀਂ ਕੇਸ ਲੜ ਰਹੇ ਹਾਂ, ਇੱਕ 21 ਸਾਲ ਦਾ ਬੱਚਾ, ਉਹਦੇ 'ਤੇ ਇਲਜ਼ਾਮ ਲਗਾਇਆ ਗਿਆ ਬਈ ਉਹ ਜਿਹੜਾ ਨਜਾਇਜ਼ ਬਈ ਉਹਨੇ ਯੂਨੀਫਾਰਮ ਫਾੜੀ ਪੁਲਿਸ ਦੀ, ਜਦਕਿ ਇੱਕ 21 ਸਾਲ ਦਾ ਬੱਚਾ ਮਤਲਬ ਕਾਲਜ ਦੀ ਪੜ੍ਹਾਈ ਦੇ ਨਾਲ ਨਾਲ ਆਪਣਾ ਖਰਚ ਕਰ ਰਿਹਾ, ਚਲਾ ਰਿਹਾ, ਤੇ ਉਹ ਕਿੰਨਾ ਕੁ ਵੱਡਾ ਉਗਰਵਾਦੀ ਹੋ ਸਕਦਾ ਹੈ। ਸਰ, ਤੁਸੀਂ ਕਿਹਾ ਕਿ ਜਿਹੜੇ ਪ੍ਰਧਾਨ ਮੰਤਰੀ ਮੋਦੀ ਨੇ ਕੰਮ ਸਹੀ ਕਰ ਰਹੇ ਨੇ, ਪਰ ਦੂਜੇ ਪਾਸੇ ਜਿਹੜੀ ਤੁਸੀਂ ਗੱਲ ਕੀਤੀ ਹੈ ਦੇਸ਼ ਦੀ ਕਾਨੂੰਨ ਵਿਵਸਥਾ ਦੀ ਕਿ ਉਹ ਹਲੇ ਵਿਗੜੀ ਹੋਈ ਹੈ, ਤੁਹਾਡੇ ਹਿਸਾਬ ਨਾਲ ਪ੍ਰਧਾਨ ਮੰਤਰੀ ਮੋਦੀ ਦੇ ਕੰਮ ਕਿਹੜੇ ਚੰਗੇ ਨੇ? ਸਾਰੇ ਕੰਮ ਜਿੰਨੇ ਵੀ ਨੇ ਬਹੁਤ ਅੱਛੇ ਨੇ, ਥੋੜਾ ਜਿਹਾ ਇਹ ਧਿਆਨ ਦੇਣ ਵੀ ਕੀ ਤੁਸੀਂ ਸਾਨੂੰ ਕੋਈ 5 ਕੰਮ ਗਿਣਾ ਸਕਦੇ ਹੋ ਨਾ ਜਿਹੜੇ ਉਹਨਾਂ ਨੇ ਚੰਗੇ ਕੀਤੇ ਨੇ? ਸਾਰੇ ਹੀ ਉਹਨਾਂ ਨੇ ਅੱਛੇ ਕੀਤੇ ਜੀ। ਜਿਹੜੀ ਧਾਰਾ 370 ਤੋੜੀ ਹੋਈ, ਇਹ ਅੱਜ ਤੋਂ ਇੰਨੇ ਸਾਲ ਪਹਿਲੇ ਕਸ਼ਮੀਰ ਦੇ ਹਾਲਾਤ ਖਰਾਬ ਸੀਗੇ ਤੇ ਉਹਨਾਂ ਨੇ ਮਤਲਬ ਉਹਨੂੰ ਬਿਲਕੁਲ ਠੀਕ ਕੀਤਾ, ਤੇ ਮੰਦਿਰ ਦਾ ਜਿਹੜਾ ਮਸਲਾ ਸੀ ਉਹ ਠੀਕ ਕੀਤਾ। ਉਸ ਤੋਂ ਇਲਾਵਾ ਵੀ ਹੋਰ ਜਿਹੜੇ ਕੰਮ ਕਰ ਰਹੇ ਨੇ ਬਹੁਤ ਅੱਛੇ ਕਰ ਰਹੇ ਨੇ। ਪਰ ਫਿਰ ਇਸ ਵੇਲੇ ਜਿਹੜੀ ਹੈ ਦਿੱਲੀ ਦੇ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ ਹੈ, ਸਾਡੇ ਇੱਥੇ ਸਾਰੇ ਕਿਤੇ ਕਿਸਾਨ ਜਿਹੜਾ ਸਾਡੇ ਦੇਸ਼ ਦਾ ਅੰਨਦਾਤਾ ਹੈ, ਇੰਨੀ ਦੇਰ ਹੋ ਚੁੱਕੀ ਹੈ ਉਹ ਅਸਮਾਨ ਥੱਲੇ ਰਹਿਣ ਨੂੰ ਮਜਬੂਰ ਹੈ। ਉਹ ਮਤਲਬ ਜੋ ਵੀ ਹੈ ਉਹਨਾਂ ਦਾ ਹੱਲ ਕੱਢ ਦਿੱਤਾ ਜਾਵੇ, ਤੇ ਉਹਨਾਂ ਨੂੰ ਮਤਲਬ ਉਹਨਾਂ ਦੇ ਜੋ ਕਹਿੰਦੇ ਆ ਮੰਨ ਕੇ ਤੇ ਜਾਂ ਉਹਨਾਂ ਦੇ ਜਿਸ ਹਿਸਾਬ ਨਾਲ ਇਸ ਚੀਜ਼ ਨੂੰ ਜਲਦੀ ਤੋਂ ਜਲਦੀ ਖਤਮ ਕਰ ਦੇਣ। ਇਹ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਵੀ ਜੋ ਬੱਚੇ ਜਿਹੜੇ ਕਿ ਮਤਲਬ ਉਗਰਵਾਦੀ ਜਾਂ ਨਹੀਂ ਜਾਂ ਮਤਲਬ ਕੋਈ ਕ੍ਰਾਈਮ ਨਹੀਂ ਕੀਤਾ ਹੋਇਆ, ਉਹਨਾਂ ਨੂੰ ਪੁਲਿਸ ਜਿਹੜੀ ਜ਼ਬਰਦਸਤੀ ਮਤਲਬ ਉਹਨਾਂ ਨੂੰ ਬਣਾਉਂਦੀ ਹੈ, ਉਸ ਚੀਜ਼ ਦਾ ਸਖਤੀ ਨਾਲ ਕੀਤਾ ਜਾਵੇ। ਮੇਰੀ ਰਾਏ ਇਹ ਹੈ ਕਿ ਮਤਲਬ ਆਈ ਥਿੰਕ ਸੋ ਉਹਨਾਂ ਨੂੰ ਪਹਿਲੀ ਗੱਲ ਤਾਂ ਮੰਨਣਾ ਚਾਹੀਦਾ, ਜਿਹੜੀ ਜਨਤਾ ਨੇ ਉਹਨਾਂ ਨੂੰ ਵੋਟ ਕਰਕੇ ਬਣਾਇਆ, ਔਰ ਇਹ ਬੈਕਬੋਨ ਹੈ ਕਿਸਾਨੀ, ਸਾਡੀ ਕਿਸੇ ਵੀ ਦੇਸ਼ ਦੀ ਬੈਕਬੋਨ ਹੈ, ਤੇ ਲੋਕਾਂ ਨੇ ਹੀ ਬਣਾਇਆ, ਤੇ ਲੋਕਾਂ ਦੀ ਗੱਲ ਇਹਨਾਂ ਨੂੰ ਮੰਨਣੀ ਚਾਹੀਦੀ ਹੈ। ਇੰਨਾ ਵੀ ਇਹਨਾਂ ਨੂੰ ਰਿਲੀਜ ਨਹੀਂ ਹੋਣਾ ਚਾਹੀਦਾ, ਔਰ ਇੰਨੀਆਂ ਜਾਨਾਂ ਚਲੀ ਗਈਆਂ ਹੈਗੀਆਂ, ਇਨਸਾਨੀਅਤ ਹੋਣੀ ਚਾਹੀਦੀ ਹੈ। ਔਰ ਆਈ ਥਿੰਕ ਸੋ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ, ਔਰ ਇਹਨੂੰ ਬਹੁਤ ਜਲਦੀ ਸੋਲਵ ਕਰਨਾ ਚਾਹੀਦਾ, ਅਦਰਵਾਈਜ਼ ਇਹ ਬਹੁਤ ਜ਼ਿਆਦਾ ਵਰਸਟ ਹੋ ਜਾਏਗਾ ਚੀਜ਼ਾਂ। ਗੱਲ ਕੀਤੀ ਜਾਨਾਂ ਚਲੀ ਗਈਆਂ, ਪਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਨੇ ਇੰਨੇ ਜ਼ਿਆਦਾ ਜਿਹੜੀ ਇਹ ਸ਼ਹੀਦ ਹੋ ਚੁੱਕੇ ਨੇ ਕਿਸਾਨ, ਉਹਨਾਂ ਬਾਰੇ ਇੱਕ ਵੀ ਸ਼ਬਦ ਉਹਨਾਂ ਨੇ ਸਾਂਝਾ ਨਹੀਂ ਕੀਤਾ। ਬਾਹਰਲੇ ਮੁਲਕਾਂ 'ਚ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਉਹਨਾਂ 'ਤੇ ਉਹਨਾਂ ਦੀ ਟਿੱਪਣੀਆਂ ਆ ਰਹੀਆਂ ਨੇ, ਟਵੀਟ ਆ ਰਹੇ ਨੇ। ਬਾਹਰ ਦੇ ਮੁਲਕ ਦੇਖੋ ਜੀ, ਉਹ ਪੂਰੇ ਅੰਡਰਸਟੈਂਡ ਕਰਦੇ ਹੈਗੇ ਵੀ ਸਾਡੀ ਜਿਹੜੀ ਇਕਨੋਮੀ ਹੈ ਬੈਕਬੋਨ ਹੈ, ਬਟ ਇਹਨਾਂ ਨੂੰ ਦੇਖੋ ਜਾਨ ਤਾਂ ਇਨਸਾਨੀਅਤ ਸਭ ਤੋਂ ਪਹਿਲਾਂ, ਮੈਂ ਤਾਂ ਪਹਿਲੇ ਕਹਿ ਰਿਹਾ ਹੀ ਸ਼ੁੱਡ ਇਹਨਾਂ ਨੂੰ ਇਹਦੇ ਬਾਰੇ ਕਰਨਾ ਚਾਹੀਦਾ ਹੈ, ਮਤਲਬ ਜਾ ਕੇ ਇਹਨਾਂ ਨੂੰ, ਕਿਉਂਕਿ ਜ਼ਿਆਦਾ ਦੂਰ ਨਹੀਂ, 10 12 14 ਕਿਲੋਮੀਟਰ ਹੈ, ਜਿਹੜੀ ਜਨਤਾ ਨੇ ਬਣਾਇਆ, ਔਰ ਇਨਸਾਨੀਅਤ ਪਹਿਲਾਂ ਹੈ। ਔਰ ਕੋਈ ਵੀ ਮਤਲਬ ਆਈ ਥਿੰਕ ਸੋ ਇਹ ਮੇਰੇ ਖਿਆਲ ਪਹਿਲੇ ਪ੍ਰਧਾਨ ਮੰਤਰੀ ਹੋਣਗੇ ਪੂਰੇ ਵਿਸ਼ਵ 'ਚ ਜਿਹੜੇ ਕਿ ਇਨਸਾਨੀਅਤ ਦੇਖ ਹੀ ਨਹੀਂ ਰਹੇ, ਲੋਕਾਂ ਦੀ ਬੱਚੇ ਔਰਤਾਂ ਸਾਰੇ ਬੈਠੇ ਹੋਏ ਆ। ਔਰ ਜਿਹੜੀ ਇੱਕ ਦੇਸ਼ ਦੀ ਮਤਲਬ ਜਿਹੜੀ ਕਹਿੰਦੇ ਕਿ ਪੂਰੀ 60-70% ਜਿਹੜਾ ਹੈਗਾ ਹੈ ਬੈਕਗਰਾਊਂਡ ਹੈਗੀ ਆ, ਔਰ ਲੋਕ ਸਾਹਿਬ ਨੂੰ ਇਹ ਵੀ ਪੁੱਛਣਾ ਚਾਹੀਦਾ ਨਾ ਕਿ ਉਹ ਕਹਿੰਦੇ ਸੀ ਅੱਛੇ ਦਿਨ ਆਉਣਗੇ, ਪੰਜਾਬ ਦੇ ਲਈ ਇਹੋ ਹੀ ਅੱਛੇ ਦਿਨ ਹੈ। ਇਹ ਅੱਛੇ ਦਿਨ ਲੋਕਾਂ ਲਈ ਮਤਲਬ ਇਹ ਉਹਨਾਂ ਨੇ ਕੋਈ ਰੂਲ ਲਿਆਂਦੇ ਆ, ਦੇਸ਼ ਦੀ ਜਨਤਾ ਉਹਨੂੰ ਅਸੈਪਟ ਹੀ ਨਹੀਂ ਕਰ ਰਹੀ, ਉਹਨਾਂ ਨੂੰ ਵਾਪਸ ਲੈ ਲੈਣੇ ਚਾਹੀਦੇ ਆ। ਹੁਣ ਸਾਡੇ ਬੱਚੇ ਨੂੰ ਆਪਾਂ ਕੋਈ ਚੀਜ਼ ਲਿਆ ਕੇ ਦਿੰਨੇ ਆ, ਉਹ ਨਹੀਂ ਲੈਂਦਾ ਤੇ ਆਪਾਂ ਉਹਨੂੰ ਦਿੰਨੇ ਥੋੜਾ ਕਿ ਨਹੀਂ ਤੂੰ ਇਹ ਲੈ, ਆਪਾਂ ਉਹਨੂੰ ਵਾਪਸ ਕਰ ਦਿੰਨੇ ਆ ਨਾ ਕਿ ਯਾਰ ਮੇਰੇ ਬੱਚੇ ਨੂੰ ਇਹ ਪਸੰਦ ਨਹੀਂ ਆਇਆ, ਤਾਂ ਉਹ ਵਾਪਸ ਕਰ ਦਿੰਨੇ ਆ। ਤੇ ਅਗਰ ਜਨਤਾ ਕਹਿ ਰਹੀ ਹੈ ਕਿ ਸਾਨੂੰ ਇਹ ਰੂਲ ਚਾਹੀਦੇ ਹੀ ਨਹੀਂ, ਆਪਾਂ ਨੂੰ ਜੋ ਮਿਲਦਾ ਵਾ ਆਪਾਂ ਉਸ 'ਚ ਖੁਸ਼ ਹੈਗੇ ਆ,
ਤਾਂ ਉਹਨਾਂ ਨੂੰ ਆਪਣੀ ਲਾਈਫ ਜੀਣ ਦੇਣ। ਅਗਰ ਉਹਨਾਂ ਨੂੰ ਇੰਨਾ ਹੀ ਬੈਨੀਫਿਟ ਲੱਗ ਰਿਹਾ ਹੈ ਫਿਰ ਜਨਤਾ ਨੂੰ ਆ ਕੇ ਇੱਕ ਵਾਰੀ ਤਾਂ ਸਮਝਾਉਣ। ਜਿਹੜੇ ਆਪਣੇ ਚਲੋ 40 ਕਮੇਟੀ ਦੇ ਮੈਂਬਰ ਬਣੇ ਪਏ ਆ ਉਹਨਾਂ 'ਚੋਂ ਇੱਕ ਨੂੰ ਹੀ ਸਮਝਾ ਦੇਣ ਕਿ ਆ ਤੁਹਾਡੇ ਬੈਨੀਫਿਟ ਲਈ ਹੈ। ਸਮਝਾ ਤੇ ਪਾ ਨਹੀਂ ਰਹੇ, ਤਾਂ ਹੀ ਤਾਂ ਅੱਗੇ ਨਹੀਂ ਆ ਰਹੇ। ਅੱਗੇ ਉਹ ਤਾਂ ਨਹੀਂ ਆ ਰਹੇ ਕਿ ਉਹਨਾਂ ਨੂੰ ਲੱਭ ਰਿਹਾ ਹੈ ਜਿਹੜਾ ਅੰਬਾਨੀ ਅਡਾਨੀ ਕੀਤਾ ਜਾ ਰਿਹਾ ਹੈ, ਇਹਦਾ ਮਤਲਬ ਕਿ ਉਹ ਸਹੀ ਹੈ, ਉਹ ਸਾਹਮਣੇ ਦਿਖ ਰਿਹਾ ਹੈ। ਮਗਰ ਕੁਝ ਲੋਕੀ ਹੱਲੇ ਵੀ ਕਹਿ ਰਹੇ ਆ ਕਿ ਨਹੀਂ ਉਹ ਠੀਕ ਹੈ। ਅਗਰ ਉਹ ਠੀਕ ਹੈ ਤਾਂ ਕਲੀਅਰ ਕਰ ਦੇਣ। ਜਿਨ੍ਹਾਂ ਬਾਰੇ ਮੈਮ ਦੇਖੋ ਲਾਜ਼ ਹੈਗਾ, ਅਗਰ ਉਹ ਲਾਅ ਵਾਲੇ ਲੋਕ ਐਕਸੈਪਟ ਹੀ ਨਹੀਂ ਕਰ ਰਹੇ, ਜਿੱਦਾਂ ਮੈਂ ਕੀਤੀ ਕਰਦਾ ਜਾਂ ਮੇਰੀ ਕੋਈ ਵੀ ਚੀਜ਼ ਹੈ, ਅਗਰ ਮੈਨੂੰ ਅਲਾਓ ਮੈਨੂੰ ਪਸੰਦ ਹੀ ਨਹੀਂ ਹੈਗੀ ਤੇ ਇਹਨੂੰ ਇਮੀਡੀਏਟਲੀ ਕਰ ਦੇਣਾ ਚਾਹੀਦਾ। ਇੰਨਾ ਜ਼ਿਆਦਾ ਲੰਬਾ ਕਿਉਂ ਲੈ ਗਏ ਇਹ ਚੀਜ਼ ਨੂੰ? ਬਾਕੀ ਉਹਨਾਂ ਨੂੰ ਕਿਉਂ ਕਾਰਪੋਰੇਟ ਨੂੰ ਇੰਨੀ ਸਪੋਰਟ ਕਰ ਰਹੇ ਆ? ਉਹਨਾਂ ਕੋਈ ਮੈਨੂੰ ਤਾਂ ਮੁੱਦਾ ਲੱਗ ਨਹੀਂ ਰਿਹਾ। ਜਦ ਕਿ ਸਾਰੀ ਜਿਹੜੀਆਂ ਮੀਡੀਅਮ ਹੈ, ਜਿਹੜੀ ਜ਼ਿਆਦਾ ਟੈਕਸ ਪੇਅਰ ਜ਼ਿਆਦਾ ਛੋਟੇ ਲੈਵਲ 'ਚ ਇਹ ਲੋਕ ਜ਼ਿਆਦਾ ਹੈਗੇ, ਮੀਡੀਅਮ ਇਨਕਮ ਗਰੁੱਪ, ਔਰ ਇਹ ਜਿਹੜੀ ਹੈਗੀ ਹੈ ਬਹੁਤ ਪੀਸਫੁਲ ਪ੍ਰੋਟੈਸਟ ਕਰ ਰਹੇ, ਕੋਈ ਪਾਰਟੀਆਂ ਨਹੀਂ ਪੋਲੀਟੀਕਲ, ਕੋਈ ਕੁਝ ਨਹੀਂ। ਔਰ ਆਈ ਥਿੰਕ ਸੋ ਮੇਰੇ ਖਿਆਲ ਸਭ ਤੋਂ ਵਿਸ਼ਵ 'ਚ ਸਭ ਤੋਂ ਵੱਡੀ ਇਹ ਅੰਦੋਲਨ ਵੀ ਇਹੀ ਹੈਗਾ, ਜਿਹਦਾ ਵਰਲਡ ਕੈਨੇਡਾ ਤੁਸੀਂ ਲੈ ਲਓ, UK ਲਾ ਲਓ, ਪਾਰਲੀਮੈਂਟ ਤੱਕ ਨੇ ਉਹਨਾਂ ਨੂੰ ਮੈਸੇजेस ਭੇਜੇ, ਲੈਟਰਸ ਭੇਜੀਆਂ ਉਹਨਾਂ ਨੂੰ ਇੱਕ ਪ੍ਰੋਪਰ ਜਿਹਨੇ ਆਪਣੇ ਜਿਹੜੇ ਉਹਨਾਂ ਦੇ ਗਵਰਨਰਸ ਨੇ, ਰੈਵਰਨਸ ਨੇ, ਔਰ ਉਹਨਾਂ ਨੇ ਪ੍ਰੋਪਰ ਉਹਨੂੰ ਕੀਤਾ ਵੀ ਇਹ ਤੁਸੀਂ ਇਹਨੂੰ ਜਲਦੀ ਤੋਂ ਜਲਦੀ ਸੋਲਵ ਕਰੋ। ਔਰ ਇਹ ਕਿਉਂ ਨਹੀਂ ਅੱਗੇ ਆ ਰਹੇ? ਮਤਲਬ ਸਮਝ ਨਹੀਂ ਆ ਰਹੀ, ਜਾਂ ਤਾਂ ਉਹਨਾਂ ਦੇ ਥਰੂ ਹੀ ਚੱਲ ਰਹੇ, ਜਿੱਦਾਂ ਉਹਨਾਂ ਦੇ ਕਮਾਂਡ ਆਉਂਦੀ ਉੱਦਾਂ ਚੱਲਦੇ ਪਏ। ਐਂਡ ਇਟ ਇਜ਼ ਮਤਲਬ ਬਹੁਤ ਅਜੀਬ ਜੀ ਚੀਜ਼ ਹੈ, ਬਹੁਤ ਬਈ ਇਹਨਾਂ ਨਾਲ ਨਾ ਬਹੁਤ ਜ਼ਿਆਦਾ। ਮੈਡਮ ਇੰਟਰਨੈਸ਼ਨਲ ਮੀਡੀਆ ਦੀ ਇੱਕ ਵਾਰੀ ਵੀ ਦੱਸਿਆ ਨਹੀਂ ਗਿਆ ਕਿ ਪੰਜਾਬ ਦੇ ਵਿੱਚ ਜਿਹੜੇ 70 ਜਾਂ 80 ਬੰਦੇ ਮਰੇ ਆ, ਇੱਕ ਵਾਰੀ ਵੀ ਨਹੀਂ ਕਿਹਾ ਗਿਆ। ਇੱਕ ਵਾਰੀ ਵੀ ਕਿਸੇ ਨੇ ਅਫਸੋਸ ਨਹੀਂ ਕੀਤਾ ਮੰਤਰੀ ਨੇ। ਸਕਦੇ ਆ ਮਰੇ ਵੀ ਕਹਿ ਸਕਦੇ ਆ, ਦੇਖੋ ਮੌਤ ਤੇ ਹੋਏ ਆ, ਇਹ ਤੇ ਸ਼ਹੀਦੀ ਹੈ। ਹੁਣ 70 ਤੋਂ 80 ਇੱਕ ਵਾਰੀ ਵੀ ਮੀਡੀਆ ਦੇ ਵਿੱਚ ਆਪਾਂ ਦੇਖਿਆ ਨਹੀਂ, ਜਾਂ ਆਪਾਂ ਅੱਜ ਤੱਕ ਜੀ ਨਿਊਜ਼ ਕਿਤੇ ਦੀ ਵੀ ਗੱਲ ਕਰੀਏ ਤੇ ਗਲਤ ਹੈ। ਹੁਣ ਆਪਾਂ ਪੰਜਾਬ ਲੈਵਲ ਤੇ ਜਿਹੜਾ ਮੀਡੀਆ ਉਹ ਜ਼ਰੂਰ ਇਹਨੂੰ ਦਿਖਾ ਰਿਹਾ, ਮਗਰ ਇੰਟਰਨੈਸ਼ਨਲ ਜਿਹੜਾ ਆਪਣਾ ਜਾਂ ਇੰਡੀਆ ਲੈਵਲ ਤੇ ਉਹ ਦਿਖਾ ਹੀ ਨਹੀਂ ਰਿਹਾ। ਤੇ ਕਿਤੇ ਨਾ ਕਿਤੇ ਦੇਖਿਆ ਜਾਏ ਤੇ ਕੁਝ ਅਵੇਅਰਨੈਸ ਉਹ ਦਿਖਾਣਾ ਹੀ ਨਹੀਂ ਚਾਹੁੰਦੇ ਕਿ ਪੰਜਾਬ ਦੀ ਸਥਿਤੀ ਕੀ ਹੈ। ਔਰ ਜੋ 2 ਮਹੀਨੇ ਤੋਂ ਚੱਲ ਰਿਹਾ ਹੈ, ਜੇ ਆਪਾਂ ਗੱਲ ਕਰੀਏ ਤੇ ਉਹਨਾਂ ਦੇ ਉੱਪਰ ਕਾਫੀ ਕੁਝ ਨਿਰਭਰ ਹੈ। ਹੁਣ ਉਹ ਹੀ ਨਹੀਂ ਇੱਥੇ ਹੋਣਗੇ ਤੇ ਪੰਜਾਬ ਨੂੰ ਤੇ ਧੱਕਾ ਲੱਗਣਾ ਹੀ ਹੈ, ਔਰ ਮੇਰੇ ਹਿਸਾਬ ਨਾਲ ਕਾਫੀ ਲੱਗ ਵੀ ਰਿਹਾ। ਔਰ ਇਹ ਹੁਣ ਟਾਈਮ ਵੀ ਲੱਗਣਾ ਹੈਗੀ ਹੈ ਮੇਰੇ ਜੋ ਸਿਸਟਮ ਸਹੀ ਹੋ। ਰੀੜ ਦੀ ਹੱਡੀ ਜੀ, ਸਾਰੇ ਪ੍ਰੋਫੈਸ਼ਨਸ ਹਿਲ ਗਏ ਇਹਦੇ ਨਾਲ। ਇਹਨਾਂ ਦੇ ਨਾਲ ਸਾਰਿਆਂ ਦਾ ਭਲਾ, ਦੇਸ਼ ਦਾ ਭਲਾ ਹੋਣਾ ਸੀ। ਛੋਟੇ ਕੰਮ ਹੈ, ਕੱਪੜੇ ਹੋਏ, ਬਾਹਰ ਜਾਣਾ, ਕਿਤੇ ਵੀ ਸਟੂਡੈਂਟ ਦਾ ਸਾਰਾ ਕੁਝ ਹਿਲਾ ਕੇ ਰੱਖਤਾ ਇਹਨਾਂ ਨੇ। ਉਹਨਾਂ ਨੂੰ ਸਮਝ ਨਹੀਂ ਲੱਗ ਰਹੀ ਇਹ ਚੀਜ਼, ਪਤਾ ਨਹੀਂ ਕਿਉਂ ਇੱਦਾਂ ਕਰੀ ਜਾ ਰਹੀ ਹੈ ਗਵਰਨਮੈਂਟ। ਇਸ ਅੰਦੋਲਨ ਨੇ ਇਕੱਲਾ ਪੰਜਾਬ ਜੋੜ ਰਿਹਾ ਕਿ ਸਾਰੀ ਇੰਡੀਆ ਜੁੜ ਗਈ ਹੈ। ਮੱਧ ਪ੍ਰਦੇਸ਼ ਜੁੜ ਗਿਆ, ਬਿਹਾਰ ਜੁੜ ਗਿਆ, ਹਰਿਆਣਾ ਜੁੜ ਗਿਆ, ਸਾਰੀ ਜਿਹੜੀ ਪੰਚਾਇਤਾਂ, ਖਾਪ ਪੰਚਾਇਤਾਂ ਵੀ ਬੋਲ ਰਹੀਆਂ, ਸਾਰੇ ਅਗੇਂਸਟ ਹੋ ਗਏ ਹੈ। ਛੋਟੇ ਤੋਂ ਲੈ ਕੇ ਵੱਡੇ ਤੱਕ ਅੱਜ ਗੱਲ ਕਰੋ, ਲੋਕਾਂ ਦਾ ਕਰੋਸ਼ ਹੋ ਗਿਆ। ਔਰ ਇਹਨਾਂ ਨੂੰ ਚਾਹੀਦਾ ਹੈ ਕਿ ਇਹਨੂੰ ਜਲਦੀ ਤੋਂ ਜਲਦੀ ਕਰਨ, ਕਿਉਂ ਨਹੀਂ ਕਰ ਪਾ ਰਹੇ? ਮੈਨੂੰ ਤਾਂ ਇਹ ਸਮਝ ਨਹੀਂ ਲੱਗ ਰਹੀ। ਔਰ ਇਹ ਕੋਈ ਐਡਾ ਵੱਡਾ ਮੁੱਦਾ ਵੀ ਨਹੀਂ ਹੈਗਾ। ਅਗਰ ਦੇਖਿਆ ਜਾਏ, ਤੁਸੀਂ ਆਪਣੀ ਈਗੋ ਨੂੰ ਛੱਡ ਕੇ ਇਹਨੂੰ ਸੋਲਵ ਕਰੋ। ਲੋਕਾਂ ਦੀ ਸ਼ਹੀਦੀ ਹੋਈ, ਇੰਨਾ ਕੁਝ ਮਤਲਬ ਹੋ ਰਿਹਾ, ਔਰ ਸਾਰਾ ਵਰਲਡ ਕੰਡੈਮਡ ਕਰ ਰਿਹਾ, ਇਕੱਲਾ ਇੰਡੀਆ ਨਹੀਂ, ਸਾਰਾ ਮੁਲਕ ਕਰ ਰਿਹਾ ਹੈ। 130 140 ਮੁਲਕ ਬੋਲ ਰਹੇ ਆ, ਇਹ 'ਚੋਂ 30 40 ਤਾਂ ਬਹੁਤ ਅਗਰੈਸਿਵ ਹੈ। ਕੈਨੇਡਾ ਨੂੰ ਇਹ ਕਹਿ ਰਹੇ ਆ, ਇੰਗਲੈਂਡ ਨੂੰ ਕਹਿ ਰਹੇ ਆ, ਉੱਥੇ ਵੀ ਲੋਕ ਹੈਗੇ ਆ, ਉੱਥੇ ਵੀ ਕਿਸਾਨੀ ਹੈ, ਉੱਥੇ ਬੈਕਗਰਾਊਂਡ ਹੈ, ਸਾਰੇ ਕੰਮ ਹਿੱਟ ਹੋ ਗਏ। ਦੇਖੋ ਜੀ, ਇੰਸ਼ੋਰੈਂਸ ਤਾਂ ਹਿੱਟ ਹੋ ਗਈ, ਕੱਪੜਾ ਤਾਂ ਹੁੱਟ ਗਿਆ, ਉਦਯੋਗ ਹੋ ਗਿਆ, ਖਾਣ ਪੀਣ ਦਾ ਤਾਂ ਹੋ ਗਿਆ, ਸ਼ੋਰੂਮ ਤਾਂ ਹੋ ਗਏ। ਕਿਸਾਨੀ ਇੱਕ ਰੀੜ ਦੀ ਹੱਡੀ ਹੈ, ਬੈਕਬੋਨ ਹੈ ਲੋਕ, ਔਰ ਲੋਕ ਸਾਰੇ ਇਹਨਾਂ ਨਾਲ ਹੈ। ਇਹ ਨਹੀਂ ਹੈ ਕਿ ਕੱਲੀ ਇੰਡੀਆ ਉਹ ਕੋਈ ਡਰਦੇ ਮਾਰੇ ਬੋਲ ਨਹੀਂ ਪਾ ਰਿਹਾ, ਲੇਕਿਨ ਇੱਕ ਇੰਨੀ ਜ਼ਿਆਦਾ ਹਿਪੋਕ੍ਰੇਸੀ ਵੀ ਨਹੀਂ ਚੰਗੀ ਕਿ ਇਹਨਾਂ ਨੂੰ ਸੋਲਵ ਕਰਨਾ ਚਾਹੀਦਾ। ਇਹ ਲੋਕਾਂ ਨੇ ਤੁਹਾਨੂੰ ਜਿਤਾ ਕੇ ਬਣਾਇਆ ਸੀ, ਵੀ ਦਾ ਪੀਪਲ, ਔਰ ਹਰੇਕ ਦੀ ਫਰੀडम ਹੈ। ਉਹ ਕੋਈ ਵਿਚਾਰੇ ਬਹੁਤ ਪੀਸਫੁਲ ਕਰ ਰਹੇ ਆ। ਉਹਨਾਂ ਨੇ ਇਹ ਵੀ ਕਹਿਤਾ ਵੀ ਆਜ਼ਾਦੀ ਵਿੱਚ ਅਸੀਂ ਜਿਹੜੀ 26 ਜਨਵਰੀ ਵਿੱਚ ਅਸੀਂ ਉੱਥੇ ਨਹੀਂ ਕਰਾਂਗੇ, ਅਸੀਂ ਨਾਰਮਲ ਆਪਣਾ ਕਰਾਂਗੇ ਔਰ ਬੜਾ ਪੀਸਫੁਲ ਕਰਾਂਗੇ। ਸਭ ਤੋਂ ਵਧੀਆ ਕਿਸੇ ਪਾਰਟੀ ਨੂੰ ਉਹਨਾਂ ਲਾਇਆ। ਕਾਰਪੋਰੇਸ਼ਨ ਜਿਹੜੀ ਹੈ, ਜਿਹੜੇ ਉੱਥੇ ਵੀਰ ਸਾਡੇ ਬੈਠੇ ਹੋਏ ਆ, ਲੰਗਰ ਲਾ ਰਹੇ ਆ ਜਾਂ ਸੇਵਾ ਕਰ ਰਹੇ ਆ, ਉਹਨਾਂ ਦਾ ਸੁਣਨ ਚ ਆਇਆ ਕਿ ਉਹਨਾਂ ਨੂੰ ਸੰਮਨ ਭੇਜੇ ਜਾ ਰਹੇ ਆ। ਉਹਨਾਂ ਨੂੰ ਸੰਮਨ ਭੇਜੇ ਜਾ ਰਹੇ ਆ। ਇਹਨਾਂ ਨੂੰ NIA ਵੱਲੋਂ NIA ਵੱਲੋਂ ਇਹਨਾਂ ਨੂੰ ਬਹੁਤ ਜ਼ਿਆਦਾ ਇੱਕ ਟੌਰਚਰ ਹੋ ਰਿਹਾ। ਇਹਨਾਂ ਨੂੰ ਦੇਖੋ ਕਿੰਨਾ ਇਹਨਾਂ ਨੂੰ ਮੈਂਟਲੀ ਪਰੇਸ਼ਾਨ ਕਰ ਰਹੇ ਆ। ਚਾਹੁੰਦੇ ਆ ਕਿ ਇਹ ਤੂੰ ਬਸ ਨਿਕਲ ਜਾ। ਜਿਹੜਾ ਕੋਈ ਸਿੰਗਰ ਅੱਗੇ ਆਂਦਾ ਉੱਥੇ ਮੈਡਮ ਰੇਟ ਪਵਾ ਦਿੱਤੀ ਜਾਂਦੀ, ਉਹਨੂੰ ਇਨਕਮ ਟੈਕਸ ਪਵਾ ਦਿੰਦੇ ਜਾਂਦੇ, ਆਪਣੀ IT ਦਾ। ਇਹ ਕੋਈ ਅੱਛੀ ਗੱਲ ਨਹੀਂ, ਸਾਰੀ ਦੁਨੀਆ ਸਮਝ ਰਹੀ ਹੈ ਇਸ ਚੀਜ਼ ਨੂੰ। ਔਰ ਇਹ ਕੋਈ ਆਉਣ ਵਾਲਾ ਮਤਲਬ ਟਾਈਮ ਵਿੱਚ ਇਹ ਕੋਈ ਵਧੀਆ ਨਹੀਂ ਹੈਗਾ ਚੀਜ਼, ਇਹਨਾਂ ਦਾ ਸੰਕੇਤ ਇੱਥੋਂ ਇਹ ਹੈ ਕਿ ਜਿਹੜਾ ਸਾਡੇ ਖਿਲਾਫ ਖੜਾ ਹੋਏਗਾ, ਜਿਹੜਾ ਖਿਲਾਫ ਆਵਾਜ਼, ਕਿਉਂਕਿ ਇਹ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਇਹ ਜਿਹੜੀ ਏਜੰਸੀਆਂ ਦੀ ਆੜ ਦੇ ਵਿੱਚ ਅੰਦੋਲਨ ਨੂੰ ਦਬਾਉਣਾ ਚਾਹ ਰਹੇ, ਬਿਲਕੁਲ ਦਬਾਉਣਾ ਚਾਹ ਰਹੇ ਜੀ। ਦੇਖੋ, ਇਹ ਰਾਈਟ ਟੂ ਫਰੀडम ਹੈ, ਕਨਸਟੀਟਿਊਸ਼ਨ ਐਕਟ ਹੈਗਾ। ਕੋਈ ਵੀ ਬੰਦਾ ਆਪਣੇ ਬਾਰੇ ਬੋਲ ਸਕਦਾ ਜੇ ਉਹਨੂੰ ਪਸੰਦ ਹੀ ਨਹੀਂ ਹੈਗਾ। ਜੇ ਉਹਨੂੰ ਨਹੀਂ ਪਸੰਦ, ਤੁਸੀਂ ਉਹਨੂੰ ਖਤਮ ਕਰੋ। ਤੁਸੀਂ ਉਹਨੂੰ ਕਿਉਂ ਏਡਾ ਲੰਬਾ ਕਰ ਰਹੇ ਹੋ? ਕਦੀ ਉਹਨਾਂ ਨੂੰ ਤੋਮਰ ਸਾਹਿਬ ਨੂੰ ਅੱਗੇ ਕਰ ਰਹੇ ਹੋ, ਕਦੀ ਤੁਸੀਂ ਆਪ ਅੱਗੇ ਆਓ। ਦੇਖੋ, ਡਬਲ ਮਾਈਂਡ ਗੇਮ ਨਜ਼ਰ ਆਉਂਦੀ ਨਾ। ਸੁਪਰੀਮ ਕੋਰਟ ਕਹਿ ਰਿਹਾ ਕਿ ਧਰਨਾ ਕਰ ਸਕਦੇ ਆ, ਮਗਰ NIA ਕਹਿ ਰਿਹਾ ਕਿ ਤੁਹਾਨੂੰ ਸੰਮਨ ਭੇਜੇ ਜਾ ਰਹੇ ਆ। ਇਹ ਦੋਨਾਂ 'ਚ ਇੱਕ ਲੌਜਿਕ ਸੈੱਟ ਹੋ ਰਿਹਾ ਕਿ ਯਾਰ ਸੁਪਰੀਮ ਕੋਰਟ ਕਹਿ ਰਿਹਾ ਕਿ ਧਰਨਾ ਕਰ ਸਕਦੇ ਹੋ ਪੀਸਫੁਲੀ, ਉਹ ਕਰ ਰਹੇ ਆ। NIA ਉਹਨਾਂ ਨੂੰ ਸੰਮਨ ਭੇਜ ਰਿਹਾ। ਤੋ ਕੁਝ ਲੌਜਿਕ ਸਮਝ ਨਹੀਂ ਆਉਂਦਾ ਸਰਕਾਰ ਦਾ ਕਿ ਇਹ ਕਰਨਾ ਕੀ ਚਾਹ ਰਹੇ ਆ, ਕੀ ਨਹੀਂ ਚਾਹ ਰਹੇ।
ਇੱਥੋਂ ਤੇ ਇਹੋ ਹੀ ਹੈ ਕਿ ਉਹਨਾਂ ਨੂੰ ਕੋਈ ਫਰਕ ਹੀ ਨਹੀਂ ਪੈ ਰਿਹਾ 70 ਦੀ ਬਜਾਏ 700 ਵੀ ਮਾਰ ਜਾਣ ਜੋ ਦਿਖ ਰਿਹਾ। ਸਰ ਤੁਸੀਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਬਾਰੇ ਕੀ ਕਹਿਣਾ ਚਾਹੁੰਦੇ ਹੋ, ਕੀ ਰਾਏ ਰੱਖਦੇ ਹੋ ਉਹਨਾਂ ਬਾਰੇ? ਉਹਨਾਂ ਬਾਰੇ ਤਾਂ ਰਾਏ ਇਹੀ ਹੈ ਜੀ ਵੀ ਉਹ ਮੁੱਦੇ ਨੂੰ ਢੰਗ ਨਾਲ ਤਰੀਕੇ ਨਾਲ ਉਹਨੂੰ ਸਹੀ ਕਰਨ, ਜੋ ਮੰਗਾਂ ਹੈ ਕਿਸਾਨਾਂ ਦੀਆਂ ਉਹ ਪੂਰੀਆਂ ਕਰਨ। ਔਰ ਰਾਏ ਤਾਂ ਇਹ ਹੈ ਕਿ ਜੋ ਕਿਸਾਨ ਦੇ ਆਪਣੇ ਧਰਨਾ ਅੰਦੋਲਨ 'ਤੇ ਬੈਠੇ ਹੋਏ ਆ, ਸਭ ਪਬਲਿਕ ਤੰਗ ਆ, ਉਹਨਾਂ ਦਾ ਕੋਈ ਮਸਲਾ ਹੱਲ ਹੋ ਜਾਵੇ ਤਾਂ ਆਮ ਜਿਹੜੇ ਬਾਕੀ ਕਾਰੋਬਾਰ ਬੰਦ ਹੋਏ ਉਹ ਵੀ ਖੁੱਲ੍ਹ ਜਾਣ। ਔਰ ਦਿੱਲੀ ਦੇ ਲੋਕ ਜਿਹੜੇ ਬੈਠੇ ਹੋਏ ਆ, ਰਸਤੇ ਬੰਦ ਆ, ਉਹ ਵੀ ਲੋਕ ਤੰਗ ਆ, ਉਹਨਾਂ ਦਾ ਵੀ ਕੋਈ ਖੁਲਾਸਾ ਹੋ ਜਾਵੇ। ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਗੱਲ ਹੈ ਜੀ, ਬੇਨਤੀ ਤੁਹਾਂ ਕੀਤੀ ਆ ਦੇਸ਼ ਦੇ ਪ੍ਰਧਾਨ ਮੰਤਰੀ ਦੀ। ਜਿਵੇਂ ਸਾਰਿਆਂ ਦੱਸਿਆ, ਪ੍ਰਧਾਨ ਮੰਤਰੀ ਜਿਹੜਾ ਹੁੰਦਾ ਉਹਨੂੰ ਸਾਰੀ ਜਨਤਾ ਦੀ ਦੇਸ਼ ਦਾ ਫਿਕਰ ਹੁੰਦਾ, ਅਤੇ ਜਨਤਾ ਹੈ ਵੇਲੇ ਜਦੋਂ ਦਾ ਕਿਸਾਨਾਂ ਨੂੰ ਇਹ 3 ਜਿਹੜੇ ਬਿੱਲ ਲਾਗੂ ਕੀਤੇ ਆ, ਸਭ ਤੋਂ ਪਹਿਲੋਂ ਜਿੰਨਾ ਜਿਹੜੇ ਬਿੱਲਾਂ ਦਾ ਖੰਡਨ ਨਹੀਂ ਕਰਦਾ, ਸਾਡੇ ਬੱਚੇ ਸਾਡੇ ਬਜ਼ੁਰਗ 80 ਸਾਲ ਦੇ ਜਿਹੜੇ ਅਸੀਂ ਮੁੜ ਤੋਂ ਕਿਸਾਨੀ ਸੰਘਰਸ਼ ਨਾਲ ਜੁੜੇ ਆ, ਇਹ ਬਹੁਤ ਜਿਹੜੇ ਘਾਤਕ ਮਾਰੂ ਬਿੱਲ ਵਾ। ਤਿੰਨੇ ਬਿੱਲ ਜਿਹੜੇ ਰੱਦ ਕੀਤੇ ਜਾਣ, ਕਿਉਂਕਿ ਜਿਹੜੇ ਬਿੱਲ ਇਹ ਹਰੇਕ ਜਨਤਾ ਦੇ ਦਾ ਅਸਰ ਪੈਣਾ, ਕਿਉਂਕਿ ਕਿਸਾਨ ਨੂੰ ਇੱਕ ਅੰਨਦਾਤਾ ਕਿਹਾ ਗਿਆ, ਅਤੇ ਜੇ ਅੰਨਦਾਤਾ ਹੀ ਸੜਕਾਂ 'ਤੇ ਰੁਲਦਾ ਫਿਰਿਆ, ਕਿਸਾਨ ਦੇ ਨਾਲ ਜਿੰਨੇ ਵੀ ਆਪਾਂ ਕੋਈ ਵੀ ਜਿਹੜਾ ਅੰਨਦਾਤਾ ਮਤਲਬ ਅੰਨ ਖਾਂਦਾ, ਜਿਹੜਾ ਸਵੇਰੇ ਉੱਠ ਕੇ ਰੋਟੀ ਖਾਣੀ ਆ, ਕਿਉਂਕਿ ਇਹ ਜਦੋਂ ਜਿਹੜੇ ਆਰਡੀਨੈਂਸ ਬਿੱਲ ਜਦੋਂ ਲਾਗੂ ਹੋਣੇ ਆ, ਉਹਦਾ ਹਰੇਕ 'ਤੇ ਅਸਰ ਪੈਣਾ। ਜਿਹੜਾ ਇਹ ਅਬਾਨੀ ਅਡਾਨੀ ਦੇ ਅਧੀਨ ਇਹ ਸਾਰਾ ਦੇਸ਼ ਨੂੰ ਜੋ ਕਿਸਾਨਾਂ ਦੀ ਫਸਲ ਜਿਹੜੀ ਹੋਣੀ ਆ ਉਹਨੂੰ ਅਧੀਨ ਕਰ ਰਿਹਾ, ਇਹ ਅਸੀਂ ਪੁਰਜੋਰ ਅਪੀਲ ਕਰਦੇ ਹਾਂ ਅਤੇ ਤਾੜਨਾ ਵੀ ਕਰਦੇ ਮੋਦੀ ਨੂੰ ਵੀ ਇਹ ਜਲਦੀ ਤੋਂ ਜਲਦੀ ਰੱਦ ਕੀਤੇ ਜਾਣ। ਸਾਡੇ ਬੱਚੇ ਸਾਡੇ ਸਾਰੇ ਜਿਹੜੇ ਨੌਜਵਾਨ ਬੈਠੇ ਆ ਧਰਨੇ 'ਤੇ ਦਿੱਲੀ, ਉਹ ਵਾਪਸ ਆਉਣ। ਇਹਨਾਂ ਕੁਛ ਕਹਿੰਦਿਆਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤਾਂ ਇਹ ਗੱਲ ਕਹਿ ਰਿਹਾ ਜੀ, ਇੱਕ ਹੋਰ ਵੀ ਜਿਹਦੇ ਇਨਸਾਨੀਅਤ ਕਿੰਨੀ ਵੱਡੀ ਉਹਨਾਂ ਲੋਕਾਂ 'ਚ, ਉਹ ਕੌਮ ਜਿਹੜੀ ਸਾਡੀ, ਈਵਨ ਮੈਂ ਵੀ ਵਿਲੇਜ ਬੈਕਗਰਾਊਂਡ ਤੋਂ, ਮੇਰੇ ਵੀ ਗਏ ਰਿਲੇਟਿਵ ਸਾਰੇ ਬਾਹਰ, ਪਰ ਮੈਂ ਇਹ ਕਹਿ ਰਿਹਾ ਕਿ ਉਹ ਲੋਕ ਜਿਹਨਾਂ ਨੂੰ ਮਾਰ ਰਹੇ ਆ, ਜਿਹੜੇ ਉਹਨਾਂ ਨੂੰ ਪੁਲਿਸ ਮਾਰ ਰਹੀ, ਹਿੱਟ ਕਰ ਰਹੀ ਹੈ, ਉਹਨਾਂ ਦੇ ਵਿਚਾਰੇ ਨਿਸ਼ਾਨ ਪਏ, ਉਹਨਾਂ ਨੂੰ ਸੇਵਾ ਕਰ ਰਹੇ ਆ। ਇਹ ਤੋਂ ਵੱਡਾ ਕੋਈ ਨਹੀਂ ਗੁਰੂ ਘਰ ਲੰਗਰ। ਔਰ ਪਰਸੋਂ ਬਾਬਾ ਜੀ ਦਾ ਦਿਹਾੜਾ ਵੀ ਹੈ, ਮੈਂ ਕਹਿੰਦਾ, ਪਰ ਇਹ ਉਹ ਬਾਣੀ ਨੇ ਲਿਖਿਆ ਵੀ 13 ਉਹ ਲੰਗਰ ਦੇਖੋ ਕਿੱਥੋਂ ਕਿੱਥੋਂ ਉਹਨਾਂ ਨੂੰ ਏਡ ਆ ਰਹੀ ਹੈ। ਕਈ ਕਰੋੜਾਂ ਦੀ ਆ ਰਹੀ, ਖਾਲਸਾ ਏਡ ਕਰ ਰਹੀ ਹੈ, SPS ਉਬਰਾਏ ਕਰ ਰਹੇ ਉਹਨਾਂ ਨੂੰ, ਉਹਨਾਂ ਦਾ ਵਾਸਤੇ ਖਾਣ ਦਾ ਨਹੀਂ। ਆਪਾਂ ਇੱਕ ਇੱਥੋਂ ਜਾ ਕੇ ਮਤਲਬ ਆਪਾਂ ਅਗਰ ਕੋਈ ਦੇਖੀਏ ਬੰਦਾ ਕੋਈ ਬਿਮਾਰ ਹੋਏ ਤਾਂ ਆਪਾਂ ਫਟਾਫਟ ਚੱਲ ਜਾਂਦੇ ਹਾਂ, ਆਪਾਂ ਉਹਦਾ ਹਾਲ ਚਾਲ ਪੁੱਛਦੇ ਹਾਂ। ਇੰਡੋਨੇਸ਼ੀਆ 'ਚ ਇੱਦਾਂ ਹੋ ਗਿਆ, ਤੁਹਾਡੇ ਤਾਂ 12 ਕਿਲੋਮੀਟਰ ਦੇ ਬੰਦੇ ਇੰਨੇ ਮਰ ਗਏ ਜੀ, ਔਰ 4-5-6 ਲੱਖ ਬੰਦਾ ਬੈਠਾ ਉੱਥੇ, ਤੁਸੀਂ ਉਹਨਾਂ ਨੂੰ ਕੇਅਰ ਹੀ ਨਹੀਂ ਕਰ ਰਹੇ। ਦੱਸੋ ਇਹ ਕੋਈ ਪੰਜਾਬ ਦਾ ਅੰਦੋਲਨ ਥੋੜ੍ਹਾ, ਇਹ ਤਾਂ ਸਾਰੀ ਦੁਨੀਆ ਦਾ। ਔਰ ਮੈਨੂੰ ਮਤਲਬ ਮੈਂ ਇਹਨੂੰ ਬਹੁਤ ਜ਼ਿਆਦਾ ਇਹਦੇ ਕੱਟੜ ਹੈਗਾ ਜੀ ਇਸ ਚੀਜ਼ ਨੂੰ। ਜੇ ਇਨਸਾਨੀਅਤ ਨਹੀਂ ਹੈਗੀ ਤਾਂ ਉਹਨੂੰ ਕੋਈ ਹੱਕ ਨਹੀਂ ਉਹ ਪ੍ਰਧਾਨ ਮੰਤਰੀ ਬਣੇ। ਮੈਂ ਨਹੀਂ ਇਸ ਚੀਜ਼ ਨੂੰ ਕਰਦਾ ਕਿ ਪਹਿਲਾਂ ਇਨਸਾਨੀਅਤ ਹੈ, ਪਹਿਲਾਂ ਵੀ ਪ੍ਰਧਾਨ ਮੰਤਰੀ ਬੜੇ ਆਏ ਆ ਔਰ ਆਪਾਂ ਪਬਲਿਕ ਨੇ ਇਹਨਾਂ ਨੂੰ ਬਣਾਇਆ। ਮੈਂ ਤਾਂ ਇਹ ਕਹੂੰਗਾ ਜੀ, ਬੱਚੇ ਬੈਠੇ ਆ, ਬਜ਼ੁਰਗ ਬੈਠੇ ਆ, ਲੇਡੀਜ਼ ਬੈਠੀ, ਤੁਸੀਂ ਕਹਿੰਦੇ ਜੋ ਲਾਊਡ ਨਹੀਂ, ਬਈ ਤੁਸੀਂ ਉਹਨਾਂ ਦਾ ਸੋਲਵ ਕਰ ਦਿਓ ਪ੍ਰੋਬਲਮ ਨੂੰ। ਔਰ ਇਹ ਵਧੀ ਜਾ ਰਿਹਾ, ਇਹਨਾਂ ਹਜੂਮ ਹੋਰ ਵੱਧ ਰਿਹਾ, ਡੇ ਬਾਏ ਡੇ। ਇਹਨਾਂ ਨੂੰ ਇਹਦਾ ਸਮਾਧਾਨ ਕਰਨਾ ਹੀ ਪੈਣਾ। ਹਰ ਇਹਨੂੰ ਸੋਲਵ ਕਰਕੇ ਹੀ ਪੂਰਾ ਹੋਏਗਾ। ਔਰ ਚੈਨਲ ਜਿਹੜੇ ਇਹਨਾਂ ਦੇ ਪਪਟ ਬਣੇ, ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਚੈਨਲਾਂ ਨੂੰ, ਪਲੀਜ਼ ਇੱਦਾਂ ਨਾ ਕਰੋ। ਤੁਸੀਂ ਇੱਕ ਸੱਚਾਈ ਦਿਖਾਓ ਔਰ ਸੱਚ ਦੇ ਨਾਲ ਖੜੇ ਹੋ। ਜਿਹੜੇ ਲੋਕ, ਇਹ ਤੁਹਾਡੇ ਵਾਸਤੇ ਵੀ, ਕੱਲ੍ਹ ਨੂੰ ਤੁਹਾਡੇ ਆਉਣ ਵਾਲੇ ਬੱਚਿਆਂ ਵਾਸਤੇ, ਤੁਹਾਡੀ ਪੀੜ੍ਹੀਆਂ ਵਾਸਤੇ ਵੀ ਹੈ। ਇਹ ਇਕੱਲਾ ਇੱਕ ਬੰਦੇ ਵਾਸਤੇ ਨਹੀਂ, ਸਾਰਿਆਂ ਵਾਸਤੇ। ਬਾਰਡਰ 'ਤੇ ਆਰਮੀ ਵੀ ਬੰਦੇ ਬੈਠੇ ਆ, ਉਹਨਾਂ ਦੇ ਮਾਪਿਓ ਵਿਚਾਰੇ ਬੈਠੇ ਹੋਏ ਆ। ਸਾਰੀ ਦੁਨੀਆ ਦੇ ਪ੍ਰੋਫੈਸ਼ਨ ਦੇ ਬੰਦੇ, ਆਰਮੀ ਵੀ ਕਹਿ ਰਹੀ ਹੈ ਵਿਚਾਰੇ, ਉਹ ਐਕਸ ਸਰਵਿਸਮੈਨ ਵੀ ਆਇਆ ਜੱਥਾ 300 ਮੇਜਰ ਜਨਰਲ ਤੱਕ ਦੀ ਹੈਗੀ ਹੈ, ਕਰਨਲ ਜਿਹੜੇ ਹੈਗੇ ਬਾਹਰ। ਸਾਡੀ ਜਦੋਂ ਗੱਲ ਹੁੰਦੀ ਹੈ ਤਾਂ ਗੱਲ ਸਾਰਿਆਂ ਨਾਲ ਹੋ ਰਹੀ ਹੈ। ਇੰਡੀਆ ਵਿੱਚ ਵੀ ਇਹ ਸਾਰੇ ਲੋਕ ਪਰੇਸ਼ਾਨ ਹੈਗੇ, ਸਾਰੇ ਲੋਕ ਇਹ ਡਿਕਟੇਟਰਸ਼ਿਪ ਤੋਂ ਪਰੇਸ਼ਾਨ ਹੋ ਗਏ ਵੀ ਇਹ ਕਿਉਂ ਨਹੀਂ ਸੋਲਵ ਕਰ ਪਾ ਰਹੇ। ਔਰ ਉਹ ਆਏ ਸੀ, ਉਹਨਾਂ ਨੂੰ ਸ਼ਾਇਦ ਵਾਪਸ ਬੁਲਾ ਲਿਆ। ਉਹਨਾਂ ਨੂੰ ਵਾਪਸ ਬੁਲਾ ਲਿਆ ਜੀ ਇਹਨਾਂ ਨੇ। ਆਰਮੀ ਵਾਲੇ ਜਿਹੜੇ ਬੰਦੇ ਆਏ ਸੀ, ਉਹਨਾਂ ਨੇ ਇੱਕ ਸ਼ਹੀਦੀ ਹੋਈ ਹੈ, ਇਹਨਾਂ ਤੁਹਾਡੇ ਦੇਸ਼ ਲਈ ਲੜ ਰਹੇ ਹੈ। ਔਰ ਇਹ ਕੋਈ ਮੰਗ ਹੀ ਰਿਹਾ, ਸਿਰਫ 3-4 ਕਾਨੂੰਨ ਤੁਸੀਂ ਵਾਪਸ ਕਰ ਦਿਓ। ਇਹ ਕੋਈ ਜ਼ਬਰਦਸਤੀ ਤਾਂ ਥੋੜ੍ਹਾ ਕਿ ਤੁਸੀਂ ਉੱਤੇ ਬੰਦੇ 'ਤੇ ਜ਼ਬਰਦਸਤੀ ਸਟੈਂਪ ਲਾਤੀ ਵੀ ਇਹ ਕੋਈ ਵਾਪਸ ਨਹੀਂ ਹੁੰਦਾ। ਕਿਹੜਾ ਸੰਵਿਧਾਨ ਵਾਪਸ ਨਹੀਂ ਹੋਇਆ? ਹਰੇਕ ਚੀਜ਼ ਵਾਪਸ ਹੋ ਜਾਂਦੀ ਹੈ। ਕਰਨ ਨੂੰ ਆਂਦ ਸਭ ਕੁਝ ਹੋ ਜਾਂਦਾ ਹੈ। ਪਬਲਿਕ ਦੀ ਆਵਾਜ਼ ਨੂੰ ਇਹਨਾਂ ਨੂੰ ਕਰਨਾ ਹੀ ਪੈਣਾ। ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ, ਉਹਨਾਂ ਬਾਰੇ ਤੁਹਾਡੀ ਕੀ ਰਾਏ ਹੈ? मेरा कोई राय नहीं है, मैं कुछ नहीं। ਚਲੋ ਤੁਹਾਨੂੰ ਇਹ ਪਤਾ ਉਹ ਇੱਕ ਪਹਿਲਾਂ ਚਾਹ ਬਣਾਉਂਦੇ ਸੀਗੇ ਪ੍ਰਧਾਨ ਮੰਤਰੀ ਮੋਦੀ। हाँ जी। ਜੇ ਤੁਹਾਨੂੰ ਮੌਕਾ ਮਿਲੇ ਤੁਸੀਂ ਪ੍ਰਧਾਨ ਮੰਤਰੀ बनोगे? नहीं बनेंगे। क्यों? जैसा काम कर रहा है मोदी। कैसे काम कर रहे हैं? खराब काम, सब खराब काम कर दिया सारा। ਇਹ ਤਾਂ ਦੇਖੋ ਜੀ, ਸੱਚ ਦੀ ਆਵਾਜ਼ ਹੈ ਔਰ ਸੱਚਾਈ ਦੀ ਜਿੱਤ ਹੋਣੀ ਹੈ। ਇਹ ਤਾਂ ਹੋ ਕੇ ਰਹੇਗੀ। ਇਹ ਜਿੱਦਾਂ ਮਰਜ਼ੀ ਕਰਦੇ ਨੇ, ਇਹ ਗੁਰੂ ਕੇ ਬੰਦੇ ਆ, ਇਹ ਗੁਰੂ ਕਾ ਸਿੱਖ ਹੈ, ਮੈਂ ਵੀ ਗੁਰੂ ਕਾ ਸਿੱਖ ਹਾਂ। ਮੈਂ ਇੱਕ ਬੇਨਤੀ ਕਰਾਂਗਾ ਇਹਨਾਂ ਨੂੰ ਕਿ ਇਹਨੂੰ ਜਲਦੀ ਤੋਂ ਜਲਦੀ ਇਹਨੂੰ ਸੋਲਵ ਕੀਤਾ ਜਾਏ। ਅਦਰਵਾਈਜ਼ ਇਹ ਬਹੁਤ ਜ਼ਿਆਦਾ ਇਹਨਾਂ ਲਈ ਪ੍ਰੋਬਲਮ ਹੋਏਗੀ। ਉਸ ਰੱਬ ਨੂੰ ਕੀ ਆਵਾਜ਼ ਦੇਣਗੇ, ਜਵਾਬ ਦੇਣਗੇ? ਦੇਖੋ, ਇਨਸਾਨੀਅਤ ਤਾਂ ਤੁਹਾਡੇ ਚਾਹੀਦੀ ਨਾ ਪਹਿਲਾਂ।
ਪਹਿਲਾਂ ਤੁਹਾਨੂੰ ਇੱਕ ਦੋ ਸ਼ਬਦ ਤੁਸੀਂ ਜਾ ਕੇ ਉੱਥੇ ਕਰ ਦਿੰਦੇ, ਉੱਥੇ ਉਹਨਾਂ ਨੇ ਢੇਲੇ ਪੈਣਾ ਸੀ ਤੇ ਇਦਾਂ ਦੀ ਕੌਮ ਹੈ ਤਾਂ ਪਹਿਲੇ ਹੀ ਮਾਫ ਕਰ ਦਿੰਦੀ। ਪਰ ਤੁਸੀਂ ਉਹਨਾਂ ਨੂੰ ਇੰਨਾ ਜ਼ਿਆਦਾ ਨਜਾਇਜ਼ ਕਰ ਰਹੇ ਹੋ, ਇਨਸਾਨੀਅਤ ਤੁਹਾਡੀ ਹੈ ਹੀ ਨਹੀਂ ਹੈਗੀ ਬਿਲਕੁਲ ਹੀ। ਦੇਖੋ ਜਵਾਨ ਬੰਦੇ ਵੀ ਮਰ ਰਹੇ ਆ, ਬਜ਼ੁਰਗ ਵੀ ਮਰ ਰਹੇ, ਫਾਹਾ ਲੈ ਰਹੇ, ਤੁਸੀਂ ਉੱਦਾਂ ਕਹਿੰਦੇ ਹੋ ਅਸੀਂ ਇੰਨੀ ਸਪੋਰਟ ਕਰਾਂਗੇ ਜੀ, ਅਸੀਂ MSP। ਪਹਿਲੀ ਗੱਲ 17 ਲੱਖ ਕਰੋੜ ਤੁਸੀਂ ਕਹਿੰਦੇ ਹੋ ਆਏਗਾ, ਉਹ ਤਾਂ ਤੁਹਾਡੀ ਵੇਚ ਕੇ ਹੀ ਆਣਾ ਜਿਹੜਾ ਤੁਸੀਂ MSP ਦਾ ਮੁੱਦਾ ਬਣਾਇਆ ਹੋਇਆ। ਮੇਰੇ ਕੋਲ ਇੱਕ ਚੀਜ਼ ਹੈ, ਮੈਂ ਫਸਲ ਹੈ, ਮੈਂ ਵੇਚੀ ਹੈ, ਮੇਰੇ ਕੋਲ ਅੱਜ ਝੋਨਾ ਆ, ਮੇਰੇ ਕੋਲ ਅੱਜ ਕਣਕ ਹੈ, ਮੈਂ ਕਣਕ ਵੇਚਾਂਗਾ ਪਹਿਲਾਂ, ਉਹਦਾ ਹੀ ਮੈਨੂੰ ਮਿਲਦਾ। ਫਿਰ ਉਹਦੇ ਵਿੱਚ ਫਾਈਨੈਂਸ਼ੀਅਲ ਵਿੱਚ ਕੋਈ ਨੁਕਸਾਨ ਥੋੜ੍ਹਾ ਹੈਗਾ। ਗੌਰਮੈਂਟ ਇਹ ਵੀ ਇੱਕ ਐਵੇਂ ਬਣਾ ਰਹੀ ਹੈ, ਇੱਕ ਚੀਜ਼ ਮੈਂ ਵੇਚਾਂਗਾ ਉਹਦਾ ਮੈਨੂੰ ਪੈਸਾ ਆਣਾ, ਅੱਗੋਂ ਦੇ ਅੱਗੇ ਇਹਨਾਂ ਨੇ ਸੇਲ ਕਰ ਦੇਣਾ। ਉਹਦੇ ਵਿੱਚ ਨੁਕਸਾਨ ਕੀ MSP ਵਿੱਚ ਵੀ ਜਿਹੜਾ ਇਹ ਕਹਿ ਰਹੇ ਨਾ ਵੀ 12 ਲੱਖ ਕਰੋੜ ਜਾਂ 15 ਲੱਖ, ਮੈਂ ਫਾਈਨੈਂਸ ਤੋਂ ਹੀ ਹਾਂ, ਮੈਨੂੰ ਪਤਾ ਇਸ ਚੀਜ਼ ਦਾ, ਠੀਕ ਹੈ ਨਾ। ਬਾਕੀ ਤੁਸੀਂ ਕਹਿ ਰਹੇ ਹੋ ਜੀ ਤੁਹਾਡੀ ਸਭ ਤੋਂ ਵਧੀਆ ਹੋ ਰਹੀ ਹੈ, ਦੁਬਈ ਦਾ ਮੁਲਕ ਆ ਰਿਹਾ ਜੀ ਤੁਹਾਨੂੰ ਇੱਥੇ ਆਲੂ ਚੱਕਣ ਲਈ, ਸਮਾਨ ਚੱਕਣ ਲਈ। ਬਾਕੀਆਂ ਨੂੰ ਤੁਹਾਡੇ ਦੂਜੇ ਮੁਲਕਾਂ ਨੂੰ ਆ ਰਿਹਾ, ਜਿਹੜੇ ਉੱਥੇ ਦੇ ਸ਼ੇਖ ਆ ਰਹੇ ਆ, ਉਹ ਕਹਿੰਦੇ ਅਸੀਂ ਤੁਹਾਨੂੰ ਪੂਰੀ ਸਪੋਰਟ ਕਰਾਂਗੇ, ਤੁਸੀਂ ਐਕਸਪੋਰਟ ਕਰਦੇ ਪਏ ਹੋ, ਸਾਰੀ ਚੀਜ਼ਾਂ ਜਾਂਦੀਆਂ ਪਈਆਂ, ਤੇ ਫਿਰ ਇਹ ਕਿਉਂ ਨਹੀਂ ਕਰ ਪਾ ਰਹੇ? ਇਹਦਾ ਮਤਲਬ ਤੁਸੀਂ ਵੱਡੇ ਘਰਾਣਿਆਂ ਦੇ ਨਾਲ ਤੁਸੀਂ ਉਹਨਾਂ ਨੂੰ ਮਿਲੇ ਹੋਏ ਹੋ, ਇਹ ਤਾਂ ਸਾਫ਼-ਸਾਫ਼ ਦਿਖਦਾ ਹੀ ਪਿਆ ਹੁਣ। ਇੰਨਾ ਵੀ ਕੀ ਕੋਈ ਮੁੱਦਾ ਹੈਗਾ? ਫਿਰ ਉਹਨਾਂ ਤੋਂ ਤੁਸੀਂ ਵਿਊ ਕਰਾ ਰਹੇ ਹੋ ਜੀ ਅਸੀਂ ਤਾਂ ਆਵਾਂਗੇ ਨਹੀਂ ਜੀ, ਅਸੀਂ ਕੁਝ ਕਰਾਂਗੇ ਨਹੀਂ। ਕਿਉਂ ਨਹੀਂ? ਮਤਲਬ ਇਹਨੂੰ ਇਹ ਸਾਰਾ ਕੁਝ ਅੱਜ ਦੀ ਡੇਟ ਪਬਲਿਕ ਸਭ ਜਾਣਦੀ ਪਈ ਹੈ, ਲੋਕ ਸਭ ਜਾਣਦੇ ਹੈ, ਜਨਤਾ ਦੀ ਆਵਾਜ਼ ਹੈ, ਜਨਤਾ ਦੀ ਆਵਾਜ਼ ਨੂੰ ਇਹਨਾਂ ਨੂੰ, ਸੰਵਿਧਾਨ ਨੂੰ ਇੱਕਦਮ ਮੈਨੂੰ ਕਾਲੇ ਕਾਨੂੰਨ ਨੂੰ ਰੱਦ ਕਰ ਦੇਣਾ ਚਾਹੀਦਾ। ਤੇ ਇਹ ਸੀ ਜਲੰਧਰ ਦੇ ਲੋਕਾਂ ਦੀ ਪ੍ਰਧਾਨ ਮੰਤਰੀ ਮੋਦੀ ਬਾਰੇ ਰਾਏ। ਅਸੀਂ ਫਿਰ ਤੋਂ ਹਾਜ਼ਰ ਹੋਵਾਂਗੇ ਹੋਰ ਪ੍ਰੋਗਰਾਮਾਂ ਦੇ ਨਾਲ। ਤਦ ਤੱਕ ਲਈ ਦੇਖਦੇ ਰਹੋ ਪੰਜਾਬ ਮੇਲ USA TV ਚੈਨਲ।